ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਅੱਜ ਪੰਜਾਬ ਦੇ ਵਿੱਚ ਆਏ। ਪਹਿਲਾਂ ਜਲੰਧਰ ਦੇ ਵਿੱਚ ਉਤਰੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ 30 ਮਿੰਟ ਦਾ ਭਾਸ਼ਣ ਦਿੱਤਾ। ਇੱਥੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਗਿਆਨ ਵਿਗਿਆਨ ਦੀਆਂ ਵੀ ਕੀਤੀਆਂ। ਉਹਨਾਂ ਨੇ ਆਪਣੀ ਸਰਕਾਰ ਦੇ ਸੋਹਲੇ ਵੀ ਗਾਏ। ਇਹ ਉਹਨਾਂ ਨੇ ਗਾਉਣੇ ਸੀ, ਸਾਨੂੰ ਇਸ ਗੱਲ ਦੀ ਪਹਿਲਾਂ ਹੀ ਆਸ ਸੀ। ਜਲੰਧਰ ਦੇ ਵਿੱਚੋਂ ਉੱਡ ਕੇ ਉਹ ਗੁਰਦਾਸਪੁਰ ਦੇ ਵਿੱਚ ਪਹੁੰਚੇ। ਇੱਥੇ ਉਹਨਾਂ ਨੇ 34-35 ਮਿੰਟ ਦਾ ਭਾਸ਼ਣ ਦਿੱਤਾ। ਵੈਸੇ ਜਦੋਂ ਇਹ ਰੈਲੀ ਮੁਕੰਮਲ ਹੋ ਗਈ ਤਾਂ ਮੈਨੂੰ ਮੇਰੇ ਇੱਕ ਸਾਥੀ ਨੇ ਬਾਹਰੋਂ ਫੋਨ ਕਰਕੇ ਪੁੱਛਿਆ, ਕਹਿੰਦੇ ਵੀ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਨੂੰ ਅੱਜ ਕੀ ਦੇ ਕੇ ਗਏ ਆ। ਮੈਂ ਕਿਹਾ ਜੀ 5 ਦਿਨ ਦੀ ਖੱਜਲ ਖੁਆਰੀ ਤੇ ਅੱਜ 35 ਮਿੰਟ ਦਾ ਭਾਸ਼ਣ ਦੇ ਕੇ ਗਏ ਆ, ਹੋਰ ਪੰਜਾਬ ਦੀ ਝੋਲੀ ਵਿੱਚ ਕੁਝ ਨਹੀਂ ਪਾਇਆ। ਯਾਨੀ ਕਿ ਪ੍ਰਧਾਨ ਮੰਤਰੀ ਸਾਹਿਬ ਆਏ, ਬੜੀ ਇਸ ਗੱਲ ਦੀ ਆਸ ਸੀ ਕਿ ਵੋਟਾਂ ਸਿਰ ਦੇ ਉੱਤੇ ਆ 2019 ਦੀਆਂ ਲੋਕ ਸਭਾ ਚੋਣਾਂ, ਤੇ ਉਹ ਕੁਝ ਨਾ ਕੁਝ ਪੰਜਾਬ ਦੇ ਲਈ ਐਲਾਨ ਕਰਕੇ ਜਾਣਗੇ, ਭਾਵੇਂ ਕਿਸਾਨੀ ਲਈ ਕਰਨ, ਭਾਵੇਂ ਜਵਾਨੀ ਲਈ ਕਰਨ, ਭਾਵੇਂ ਸਰਹੱਦੀ ਖੇਤਰ ਦੇ ਲਈ ਕਰਨ। ਪਰ ਉਹਨਾਂ ਨੇ ਇੱਕ ਪੈਸੇ ਦਾ ਕੋਈ ਐਲਾਨ ਨਹੀਂ ਕੀਤਾ। ਉਹਨਾਂ ਨੇ ਆਪਣੀ ਸਰਕਾਰ ਦੇ ਸੋਹਲੇ ਗਾਏ ਆ। ਉਹਨਾਂ ਦੇ ਭਾਸ਼ਣ ਦਾ 80% ਹਿੱਸਾ ਆਪਣੀ ਸਰਕਾਰ ਦੇ ਸੋਹਲਿਆਂ ਦੇ ਵੱਲ ਕੇਂਦਰਿਤ ਸੀ ਤੇ ਬਾਕੀ ਹਿੱਸਾ ਜਿਹੜਾ ਜਾਂ ਤਾਂ ਵਿਰੋਧੀਆਂ ਨੂੰ ਪਾਣੀ ਪੀ ਕੇ ਨਿੰਦਣ ਦਾ ਸੀਗਾ ਤੇ ਜਾਂ ਫਿਰ ਅਸਿੱਧੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਉੱਤੇ ਟਕੋਰਾਂ ਲਾਉਣ ਦਾ ਸੀ, ਜਾਂ ਫਿਰ ਕਰਤਾਰਪੁਰ ਦੇ ਲਾਂਘੇ ਦਾ ਸਿਹਰਾ ਲੈਣ ਦਾ ਸੀ, ਤੇ ਜਾਂ ਫਿਰ 1984 ਕਤਲੇਆਮ ਦੇ ਮਾਮਲੇ ਦੇ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਸੀ ਅਸਿੱਧੇ ਤਰੀਕੇ ਦੇ ਨਾਲ। ਪਰ ਸੱਜਣ ਕੁਮਾਰ ਦੇ ਮਾਮਲੇ ਦਾ ਭਾਵੇਂ ਉਹ ਕ੍ਰੈਡਿਟ ਲੈਣਾ ਚਾਹੁੰਦੇ ਹੋਣ, ਇਹਦੇ ਵਿੱਚ ਉਹਨਾਂ ਦੀ ਸਰਕਾਰ ਦਾ NDA ਦਾ ਕੋਈ ਵੀ ਵੱਡਾ ਯੋਗਦਾਨ ਨਹੀਂ, ਕਿਉਂਕਿ ਇਹ ਇੱਕ ਅਦਾਲਤੀ ਪ੍ਰਕਿਰਿਆ। 14 ਦੇ ਵਿੱਚ ਮੋਦੀ ਸਰਕਾਰ ਆਈ, ਚਾਰਜ ਸ਼ੀਟ ਪਹਿਲਾਂ ਹੀ ਦਾਖਲ ਹੋ ਚੁੱਕੀ ਸੀ। ਸੋ ਮੋਦੀ ਸਰਕਾਰ ਦੇ ਵੱਲੋਂ ਜੋ ਹੁਣ ਇਸ ਵਕਤ ਭਾਰਤ ਦੇ ਵਿੱਚ ਰੈਲੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਵੱਲੋਂ ਇਹ ਸਿਲਸਿਲਾ ਗੁਰਦਾਸਪੁਰ ਤੋਂ ਆਰੰਭਿਆ ਗਿਆ, ਪੰਜਾਬ ਤੋਂ ਆਰੰਭਿਆ ਗਿਆ। ਇਹਦੇ ਪਿੱਛੇ 2-3 ਕਾਰਨ ਵੱਡੇ ਮੰਨੇ ਜਾਂਦੇ ਆ। ਇੱਕ ਤਾਂ ਇਹਦੇ ਪਿੱਛੇ ਕਾਰਨ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਵਿੱਚ ਜੇਕਰ ਇਹ ਆਉਂਦੇ ਆ, ਬੜਕ ਮਾਰਦੇ ਆ, ਇੱਥੇ ਅਕਾਲੀ ਦਲ ਦੀ ਭਾਈਵਾਲੀ ਵਾਲੀ ਸਰਕਾਰ ਹੈ, ਤਾਂ ਇੱਥੇ ਮਜ਼ਬੂਤੀ ਉਹਨਾਂ ਦੇ ਖਿਆਲ ਮੁਤਾਬਕ ਮਿਲ ਸਕਦੀ ਆ। ਆਪਾਂ ਜਾਣਦੇ ਹਾਂ ਕਿ ਭਾਜਪਾ ਦਾ ਗ੍ਰਾਫ ਹੈ ਹੀ ਨਹੀਂ ਪੰਜਾਬ ਦੇ ਵਿੱਚ। ਇੱਕ ਤਾਂ ਹੁੰਦਾ ਕਿ ਗ੍ਰਾਫ ਥੱਲੇ ਚਲਾ ਗਿਆ, ਇੱਕ ਹੁੰਦਾ ਕਿ ਗ੍ਰਾਫ ਹੈ ਹੀ ਨਹੀਂ। ਇਸ ਕਰਕੇ ਉਹਨਾਂ ਨੇ ਗੁਰਦਾਸਪੁਰ ਯਾਨੀ ਕਿ ਪੰਜਾਬ ਦੀ ਚੋਣ ਕਰਨੀ ਠੀਕ ਸਮਝੀ। ਦੂਜਾ ਕਾਰਨ ਇਹਦੇ ਪਿੱਛੇ ਇਹ ਸਮਝਿਆ ਜਾਂਦਾ ਕਿ ਗੁਰਦਾਸਪੁਰ ਦੀ ਜਿਹੜੀ ਲੋਕ ਸਭਾ ਸੀਟ ਹੈ, ਇਹ ਹੁਣ ਤੱਕ ਭਾਜਪਾ ਦੀ ਝੋਲੀ ਦੇ ਵਿੱਚ ਪੱਕੇ ਤੌਰ ਦੇ ਉੱਤੇ ਰਹੀ ਹੈ। ਵਿਨੋਦ ਖੰਨਾ ਲਗਾਤਾਰ ਇੱਥੋਂ ਜਿੱਤ ਦਰਜ ਕਰਵਾਉਂਦੇ ਰਹੇ ਆ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜਦੋਂ ਜ਼ਿਮਨੀ ਚੋਣ ਹੋਈ ਤਾਂ ਇਹ ਸੀਟ ਹੈ ਜਿਹੜੀ ਉਹ ਸੁਨੀਲ ਜਾਖੜ ਦੀ ਝੋਲੀ ਦੇ ਵਿੱਚ ਪੈ ਗਈ, ਯਾਨੀ ਕਿ ਭਾਜਪਾ ਦੀ ਝੋਲੀ ਦੇ ਵਿੱਚੋਂ ਇਹ ਖਿਸਕ ਗਈ ਸੀਟ। ਹੁਣ ਭਾਜਪਾ ਚਾਹੁੰਦੀ ਹੈ ਕਿ ਅਸੀਂ ਇਸ ਸੀਟ ਦੇ ਉੱਤੇ ਪੱਕਾ ਕਬਜ਼ਾ ਰੱਖੀਏ। ਤੀਜਾ ਕਾਰਨ ਇਹਦੇ ਪਿੱਛੇ ਇਹ ਹੈ ਜੋ ਪੰਜਾਬ ਦੇ ਵਿੱਚ ਗੁਰਦਾਸਪੁਰ ਦੀ ਹੀ ਚੋਣ ਕੀਤੀ ਗਈ ਕਿ ਕਰਤਾਰਪੁਰ ਦੇ ਲਾਂਘੇ ਦਾ ਪਿੱਛੇ ਜੇ ਸਵਾ ਕੁ ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ। ਮੋਦੀ ਸਾਹਿਬ ਉਦੋਂ ਆਏ ਨਹੀਂ ਸੀ, ਪਰ ਲਾਂਘੇ ਦੀ ਗੱਲ ਵਾਰ-ਵਾਰ ਕਰਕੇ ਉਹ ਇਹਦਾ ਸਿਹਰਾ ਲੈਣਗੇ, ਇਸ ਗੱਲ ਦੀ ਆਸ ਵੀ ਸੀ ਤੇ ਅੱਜ ਉਹ ਆਸ ਨੂੰ ਬੂਰ ਲਾ ਵੀ ਗਏ ਆ। ਅੱਜ ਇਹਨਾਂ ਦੀ ਰੈਲੀ ਦੇ ਵਿੱਚ ਉਹਨਾਂ ਜੋਸ਼ ਦੇਖਣ ਨੂੰ ਨਹੀਂ ਮਿਲਿਆ ਜਿੰਨਾ 2014 ਦੀਆਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਿੱਥੇ ਵੀ ਰੈਲੀਆਂ ਕੀਤੀਆਂ ਉਦੋਂ ਦੇਖਣ ਨੂੰ ਮਿਲਦਾ ਸੀ। ਉਦੋਂ ਚੌਂ ਪਾਸੇ ਮੋਦੀ 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 ਦੇ ਨਾਅਰੇ ਲੱਗਦੇ ਸੀ, ਪਰ ਅੱਜ ਇਹੋ ਜਿਹੀ ਗੱਲ ਨਹੀਂ ਸੀ। ਅੱਜ ਹਾਂ, ਇਕੱਠ ਨੂੰ ਬੰਨੀ ਰੱਖਣ ਦੇ ਲਈ ਗਾਇਕ ਰਣਜੀਤ ਬਾਵੇ ਦਾ ਤੇ ਕੁਝ ਕੁ ਹੋਰ ਕਲਾਕਾਰਾਂ ਦਾ ਸਹਾਰਾ ਲਿਆ ਗਿਆ। ਉਸ ਤੋਂ ਬਾਅਦ ਮੋਦੀ ਸਾਹਿਬ ਆਏ, ਆਪਣੇ ਅੰਦਾਜ਼ ਦੇ ਵਿੱਚ ਉਹ ਭਾਸ਼ਣ ਦੇ ਕੇ ਤੇ ਦੁਬਾਰਾ ਫਿਰ ਉੱਡ ਗਏ ਆ। ਵੈਸੇ ਇਹ ਵੀ ਜਾਣਕਾਰੀ ਦੇਣੀ ਬਣਦੀ ਹੈ ਕਿ 3 ਮਹੀਨਿਆਂ ਦੇ ਵਿੱਚ ਇਹਨਾਂ ਨੇ 90 ਤੋਂ ਲੈ ਕੇ 100 ਦੇ ਕਰੀਬ ਰੈਲੀਆਂ ਪੂਰੇ ਭਾਰਤ ਦੇ ਵਿੱਚ ਕਰਨੀਆਂ, ਯਾਨੀ ਕਿ ਲੋਕ ਸਭਾ ਚੋਣਾਂ ਦਾ ਇਹਨਾਂ ਨੇ ਸ਼ੰਖ ਵਜਾ ਦਿੱਤਾ। ਕੀ ਪੰਜਾਬ ਦੇ ਲੋਕ ਆ ਜਿਹੜੇ ਉਹ ਖੁਸ਼ ਹੈ ਇਸ ਰੈਲੀ ਤੋਂ? ਕੀ ਪੰਜਾਬ ਦੇ ਲੋਕਾਂ ਨੂੰ ਕੁਝ ਮਿਲਿਆ ਇਸ ਰੈਲੀ ਤੋਂ? ਕੀ ਪੰਜਾਬ ਦੇ ਵਿੱਚ ਭਾਜਪਾ ਦਾ ਪੱਧਰ ਉੱਚਾ ਚੁੱਕਿਆ ਜਾ ਸਕੇਗਾ ਇਸ ਰੈਲੀ ਦੇ ਨਾਲ? ਕੀ ਅਕਾਲੀ ਦਲ ਦੇ ਆਗੂਆਂ ਨੂੰ ਅੱਜ ਦਰਕਿਨਾਰ ਨਹੀਂ ਕੀਤਾ ਗਿਆ ਇਸ ਰੈਲੀ ਤੋਂ? ਤੇ ਕੀ ਅਕਾਲੀ ਦਲ ਦੇ ਆਗੂਆਂ ਨੇ ਸੱਚੇ ਦਿਲੋਂ ਅੱਜ ਮੋਦੀ ਸਾਹਿਬ ਦੀ ਮਹਿਮਾਨ ਨਿਵਾਜ਼ੀ ਆਓ ਭਗਤ ਕੀਤੀ ਹੈ? ਇਹ ਬਹੁਤ ਸਾਰੇ ਸਵਾਲ ਆ ਜਿਹੜੇ ਲੋਕਾਂ ਦੇ ਦਿਲੋਂ ਦਿਮਾਗ ਦੇ ਵਿੱਚ ਅੱਜ ਗੂੰਜ ਰਹੇ ਆ। ਪਹਿਲਾਂ ਉਹ ਖਬਰ ਸਾਂਝੀ ਕਰਦੇ ਹਾਂ ਜਿਹੜੀ ਸਾਡੇ ਤੱਕ ਆਪਣੀ ਹੈ, ਬਾਅਦ ਵਿੱਚ ਕਰਾਂਗੇ ਟਿੱਪਣੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਰਦਾਸਪੁਰ ਦੇ ਵਿੱਚ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਤਿ ਸ਼੍ਰੀ ਅਕਾਲ ਦੇ ਨਾਲ ਗੱਲਬਾਤ ਸ਼ੁਰੂ ਕੀਤੀ। ਮੋਦੀ ਨੇ 34 ਮਿੰਟ ਲੰਮਾ ਭਾਸ਼ਣ ਦਿੱਤਾ ਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਹੀ ਕੋਸਦੇ ਰਹੇ। ਮੋਦੀ ਨੇ ਆਪਣੇ ਭਾਸ਼ਣ ਦੇ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਦਾ ਸਿਹਰਾ ਭਾਜਪਾ ਸਰਕਾਰ ਸਿਰ ਬੰਨ੍ਹਣ ਦੀ ਵੀ ਕੋਸ਼ਿਸ਼ ਕੀਤੀ ਹੈ। ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਮੋਦੀ ਦਾ ਦੌਰਾ ਪੰਜਾਬ ਸਰਕਾਰ ਦੇ ਲਈ ਕਾਫੀ ਰਾਹਤ ਵਾਲਾ ਹੋਏਗਾ। ਖਾਸ ਕਰਕੇ ਪੰਜਾਬ ਦੀ ਕਿਸਾਨੀ ਬਾਰੇ ਮੋਦੀ ਵੱਲੋਂ ਵੱਡੇ ਐਲਾਨ ਕੀਤੇ ਜਾਣ ਦੀ ਉਮੀਦ ਸੀ, ਪਰ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਤੇ ਸਿਆਸੀ ਵਿਰੋਧੀਆਂ ਬਾਰੇ ਮਾੜਾ ਚੰਗਾ ਬੋਲ ਕੇ ਤੁਰਦੇ ਬਣੇ।
ਮੋਦੀ ਨੇ ਕਰਤਾਰਪੁਰ ਸਾਹਿਬ ਗਲਿਆਰੇ ਦੇ ਮੁੱਦੇ ਤੋਂ ਲੈ ਕੇ 1984 ਸਿੱਖ ਕਤਲੇਆਮ ਤੱਕ ਕਾਂਗਰਸ ਨੂੰ ਘੇਰਿਆ। ਉਹਨਾਂ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਕਰਤਾਰਪੁਰ ਸਾਹਿਬ ਲਈ ਬੇਹੱਦ ਸ਼ਾਨਦਾਰ ਕੋਰੀਡੋਰ ਬਣਵਾਵੇਗੀ। ਇਸ ਤੋਂ ਇਲਾਵਾ ਮੋਦੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਪੂਰੀ ਦੁਨੀਆ ਦੇ ਵਿੱਚ ਪਹੁੰਚਾਉਣ ਦੀ ਗੱਲ ਵੀ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਸਾਨੀ ਮਾਮਲਿਆਂ ਦੇ ਉੱਤੇ ਕਾਂਗਰਸ ਦੇ ਜੰਮ ਕੇ ਨਿਸ਼ਾਨੇ ਵਿੰਨੇ। ਉਹਨਾਂ ਨੇ ਕਿਹਾ ਕਿ 70 ਸਾਲ ਤੋਂ ਕਿਸਾਨਾਂ ਦਾ ਕੁਝ ਨਾ ਫਾਇਦਾ ਕਰਨ ਵਾਲੇ ਅੱਜ ਵੀ ਕਿਸਾਨਾਂ ਨੂੰ ਧੋਖਾ ਦੇ ਰਹੇ ਨੇ। ਉਹਨਾਂ ਨੇ ਇੱਕ ਵਾਰ ਫਿਰ ਕੈਪਟਨ ਸਰਕਾਰ ਦੀ ਕਰਜ਼ਾ ਮੁਆਫੀ ਦੇ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਇਹ ਨਹੀਂ ਕੀਤਾ ਗਿਆ। ਮੋਦੀ ਨੇ ਦਾਅਵਾ ਕੀਤਾ ਕਿ ਉਹਨਾਂ ਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਤੇ ਕਾਂਗਰਸ ਹਮੇਸ਼ਾ ਲਾਰੇ ਹੀ ਲਾਉਂਦੀ ਰਹੀ। ਉਹਨਾਂ ਪੰਜਾਬ ਲਈ ਸ਼ਾਹਪੁਰ ਕੰਢੀ ਬੰਨ ਸ਼ੁਰੂ ਕੀਤੇ ਜਾਣ ਦੇ ਲਈ ਤੇ 11 ਲੱਖ ਮੁਫਤ ਰਸੋਈ ਗੈਸ ਕੁਨੈਕਸ਼ਨ ਵੰਡਣ ਤੇ ਧਾਰਮਿਕ ਅਦਾਰਿਆਂ ਨੂੰ GST ਮੁਕਤ ਕਰਨ ਤੇ ਆਪਣੀ ਸਰਕਾਰ ਦੀ ਪਿੱਠ ਵੀ ਥਾਪੜੀ। ਉਹਨਾਂ ਨੇ ਕਿਹਾ ਕਿ ਵਿਨੋਦ ਖੰਨਾ ਦੇ ਦੇਹਾਂਤ ਤੋਂ ਬਾਅਦ ਉਹਨਾਂ ਦਾ ਇਹ ਪਹਿਲਾ ਗੁਰਦਾਸਪੁਰ ਦੌਰਾ ਹੈ ਤੇ ਅੱਜ ਉਹਨਾਂ ਨੇ ਮਰਹੂਮ ਅਦਾਕਾਰ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦੇ ਵਿੱਚ ਫੇਰ ਆਏ। ਵੈਸੇ ਜਦੋਂ 2014 ਦੀਆਂ ਚੋਣਾਂ ਸੀ ਉਸ ਤੋਂ ਕੁਝ ਸਮਾਂ ਪਹਿਲਾਂ 2013 ਦੇ ਵਿੱਚ ਮੋਦੀ ਸਾਹਿਬ ਨੇ ਮਾਧੋਪੁਰ ਯਾਨੀ ਕਿ ਪਠਾਨਕੋਟ ਖੇਤਰ ਦੇ ਵਿੱਚ ਹੀ ਆਪਣੀ ਰੈਲੀ ਕੀਤੀ ਸੀ। ਪਹਿਲੀ ਇਹਨਾਂ ਨੇ ਰੈਲੀ ਉਦੋਂ ਕੀਤੀ ਸੀ, ਪਰ ਉਸ ਰੈਲੀ ਦੇ ਮੌਕੇ ਜਿਹੜੇ ਮੋਦੀ ਸਾਹਿਬ ਦੇ ਵੱਲੋਂ ਵਾਅਦੇ ਕੀਤੇ ਗਏ ਸੀ ਉਹਨਾਂ ਦੇ ਵਿੱਚੋਂ ਅੱਧੋਂ ਵੱਧ ਹਾਲੇ ਤੱਕ ਪੂਰੇ ਨਹੀਂ ਹੋਏ। ਇਸ ਕਰਕੇ ਹੁਣ ਕੁਝ ਕਿਲੋਮੀਟਰ ਅੱਗੇ ਜਾ ਕੇ ਆਪਾਂ ਗੁਰਦਾਸਪੁਰ ਦੇ ਵਿੱਚ ਰੈਲੀ ਕੀਤੀ ਹੈ। ਅੱਜ ਪੰਜਾਬ ਦੀ ਜਵਾਨੀ, ਕਿਸਾਨੀ ਤੇ ਪੰਜਾਬ ਸੂਬੇ ਦੇ ਆਰਥਿਕ ਹਾਲਾਤ ਦੇ ਬਾਰੇ ਜੋ ਆਸ ਸੀ ਉਹਦੇ ਮੁਤਲਕ ਮੋਦੀ ਸਾਹਿਬ ਨੇ ਕੋਈ ਗੱਲਬਾਤ ਨਹੀਂ ਕੀਤੀ। ਉਹਨਾਂ ਨੇ ਆਪਣੀ ਗੱਲ ਕੀਤੀ ਜਿਵੇਂ ਕਿ ਮਨ ਕੀ ਬਾਤ ਦੇ ਵਿੱਚ ਹਰ ਮਹੀਨੇ ਕਰਦੇ ਹੁੰਦੇ ਆ, ਪਰ ਕਿਸੇ ਦੇ ਮਨ ਕੀ ਬਾਤ ਸੁਣੀ ਨਹੀਂ। ਇੱਕ ਗੱਲ ਇਹ ਵੀ ਦੱਸਣੀ ਬਣਦੀ ਆ ਕਿ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾ ਤਾਂ ਮੋਦੀ ਸਾਹਿਬ ਨੂੰ ਮਿਲੇ ਆ ਤੇ ਨਾ ਹੀ ਉਹ ਰੈਲੀ ਦੇ ਵਿੱਚ ਪਹੁੰਚ ਸਕੇ ਆ। ਕਹਿੰਦੇ ਨੇ ਕਿ ਉਹਨਾਂ ਦੀ ਸਿਹਤ ਸਾਜ਼ਗਾਰ ਨਹੀਂ। ਪਰ ਛੋਟੇ ਬਾਦਲ ਸਾਹਿਬ ਨੇ ਅੱਜ ਵੱਡੇ ਬਾਦਲ ਹੋਰਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੋਦੀ ਤੇ ਭਾਜਪਾ ਦੇ ਖੂਬ ਸੋਲੇ ਗਾਏ ਆ। ਉਹਨਾਂ ਨੇ ਕਿਹਾ ਕਿ ਹੁਣ ਤੱਕ ਦੇਸ਼ ਦੇ 3 ਪ੍ਰਧਾਨ ਮੰਤਰੀ ਹੋਏ ਆ ਜਿਨ੍ਹਾਂ ਨੇ ਪੰਜਾਬ ਬਾਰੇ ਬਹੁਤ ਸੋਚਿਆ। ਪਹਿਲੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜਿਨ੍ਹਾਂ ਨੇ ਬਹੁਤ ਸਾਰੀਆਂ ਯੋਜਨਾਵਾਂ ਪੰਜਾਬ 'ਚ ਸ਼ੁਰੂ ਕੀਤੀਆਂ। ਦੂਜੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਜਿਨ੍ਹਾਂ ਨੇ 8500 ਕਰੋੜ ਰੁਪਏ ਦਾ ਪੰਜਾਬ ਦਾ ਕਰਜ਼ਾ ਮਿੰਟਾਂ ਸਕਿੰਟਾਂ 'ਚ ਮਾਫ ਕਰ ਦਿੱਤਾ। ਤੇ ਤੀਜੇ ਹੁਣ ਵਾਲੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜਿਨ੍ਹਾਂ ਦਾ ਮੁੱਲ ਹੀ ਕੋਈ ਨਹੀਂ, ਜਿਹੜੇ ਅਣਮੁੱਲੇ ਆ, ਜਿਨ੍ਹਾਂ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ, ਲਿਆ ਕੁਝ ਵੀ ਨਹੀਂ। ਹੁਣ ਬਹੁਤ ਕੁਝ ਕੀ ਦਿੱਤਾ ਇਹ ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਹੈ, ਅਸੀਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੇ। ਪਰ ਮੋਦੀ ਸਾਹਿਬ ਨੇ ਜਿਸ ਤਰੀਕੇ ਨਾਲ ਅੱਜ ਪਾਣੀ ਪੀ ਪੀ ਕੇ ਕਾਂਗਰਸ ਨੂੰ ਨਿੰਦਿਆ, ਜਾਪਦਾ ਨਿੱਜੀ ਤੌਰ ਦੇ ਉੱਤੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਸੀ ਕਿ ਇਹ ਵੇਲਾ ਕਾਂਗਰਸ ਨੂੰ ਨਿੰਦਣ ਦਾ ਨਹੀਂ, ਇਹ ਵੇਲਾ ਦੂਜਿਆਂ ਦੀ ਲਕੀਰ ਨੂੰ ਛੋਟੀ ਕਰਨ ਦਾ ਨਹੀਂ, ਆਪਣੀਆਂ ਕੀਤੀਆਂ ਹੋਈਆਂ ਪ੍ਰਾਪਤੀਆਂ ਨੂੰ ਲੋਕਾਂ ਦੇ ਮੂਹਰੇ ਰੱਖਣ ਦਾ। ਜੇ ਤਾਂ ਲੌਜਿਕ ਦੇ ਨਾਲ, ਤਰਕ ਦੇ ਨਾਲ ਮੋਦੀ ਸਾਹਿਬ ਆਹ ਗੱਲ ਕਰਦੇ ਕਿ ਅਸੀਂ ਪੰਜਾਬ ਨੂੰ ਆਹ ਦੇ ਦਿੱਤਾ ਤੇ ਆਹ ਅਸੀਂ ਆਉਂਦੇ 3-4 ਮਹੀਨਿਆਂ ਵਿੱਚ ਦੇ ਦੇਵਾਂਗੇ, ਜਾਂ ਜੇਕਰ ਤੁਸੀਂ ਸਾਨੂੰ ਮੌਕਾ ਦਿੰਦੇ ਆ ਤਾਂ 80% ਅਸੀਂ ਵਾਅਦੇ ਪੂਰੇ ਕਰ ਦਿੱਤੇ ਆ, 20% ਬਾਕੀ ਆ ਉਹ ਅਸੀਂ ਪੂਰੇ ਕਰ ਦਿਆਂਗੇ, ਤਾਂ ਇਸ ਰੈਲੀ ਦੇ ਅਸੀਂ ਕੋਈ ਮਾਇਨੇ ਸਮਝਦੇ। ਪਰ ਨਾ ਤਾਂ ਪੰਜਾਬ ਨੂੰ ਹਾਲੇ ਤੱਕ ਕੁਝ ਮਿਲਿਆ ਤੇ ਨਾ ਹੀ ਉਹਨਾਂ ਨੇ ਦੇਣ ਦੀ ਗੱਲ ਕੀਤੀ ਆ। ਇਸ ਕਰਕੇ ਇਸ ਰੈਲੀ ਦੇ ਵਿੱਚੋਂ ਕੱਢਣ ਪਾਉਣ ਨੂੰ ਕੱਖ ਨਹੀਂ ਮਿਲਿਆ। ਦੂਜੀ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਕਿਹਾ ਬਈ ਅਸੀਂ ਕਿਸਾਨੀ ਦੇ ਲਈ ਬਹੁਤ ਕੰਮ ਕੀਤੇ ਆ। ਇਹਨਾਂ ਨੇ ਕਿਹਾ ਜੀ ਅਸੀਂ ਪੰਜਾਬ ਦੀ ਕਿਸਾਨੀ ਵਾਸਤੇ, ਦੇਸ਼ ਦੀ ਕਿਸਾਨੀ ਵਾਸਤੇ ਸਵਾਮੀਨਾਥਨ ਫਾਰਮੂਲਾ ਲਾਗੂ ਕਰ ਦਿੱਤਾ ਹੈ। ਹਾਲੇ ਤੱਕ ਉਹ ਜਗ੍ਹਾ ਲੱਭੀ ਨਹੀਂ ਜਿੱਥੇ ਇਹ ਸਵਾਮੀਨਾਥਨ ਫਾਰਮੂਲਾ ਲਾਗੂ ਹੋਇਆ, ਕਿਉਂਕਿ ਸਾਰੇ ਲੋਕ ਜਾਣਦੇ ਆ ਕਿ ਸਵਾਮੀਨਾਥਨ ਫਾਰਮੂਲੇ ਦਾ ਤਾਂ ਸਭ ਤੋਂ ਵੱਡਾ ਰੌਲਾ ਜੇ ਇਹ ਲਾਗੂ ਹੋ ਜਾਵੇ ਫਿਰ ਤਾਂ ਅੱਧੋ ਵੱਧ ਮਸਲੇ ਕਿਸਾਨੀ ਦੇ ਆਪਣੇ ਆਪ ਹੱਲ ਹੋ ਜਾਂਦੇ ਆ। ਇਹ ਲਾਗੂ ਨਹੀਂ ਕੀਤਾ ਗਿਆ, ਸਿਰਫ ਅੰਕੜਿਆਂ ਦੀਆਂ ਖੇਡਾਂ ਹੀ ਪੇਸ਼ ਕੀਤੀਆਂ ਗਈਆਂ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ ਇਹ ਵੀ ਗੱਲ ਕਹੀ ਹੈ ਕਿ ਜੋ ਕੁਝ ਵੀ ਚੰਗਾ ਹੋਇਆ ਦੇਸ਼ ਦੇ ਵਿੱਚ ਉਹ ਅਸੀਂ ਕੀਤਾ। 70 ਸਾਲ ਦੇ ਵਿੱਚ ਮਗਰਲੀਆਂ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ। ਪਰ ਮੋਦੀ ਸਾਹਿਬ ਜਦੋਂ 70 ਸਾਲ ਦੀ ਗੱਲ ਕਰਦੇ ਆ ਉਦੋਂ ਇੱਕ ਗੱਲ ਭੁੱਲ ਜਾਂਦੇ ਆ ਕਿ ਇਹਨਾਂ 70-72 ਵਰ੍ਹਿਆਂ ਦੇ ਵਿੱਚ ਸਿਰਫ ਤੇ ਸਿਰਫ ਕਾਂਗਰਸ ਦੀ ਸਰਕਾਰ ਹੀ ਕੇਂਦਰ ਦੇ ਵਿੱਚ ਨਹੀਂ ਰਹੀ। ਕਈ ਵਾਰ ਭਾਜਪਾ ਦੀ ਵੀ ਸਰਕਾਰ ਆਈ ਹੈ। ਕਮ ਸੇ ਕਮ ਉਹ ਵਰ੍ਹੇ ਤਾਂ ਵਿੱਚੋਂ ਕੱਢ ਦਿੱਤੇ ਜਾਣ ਜਿਹੜੇ ਭਾਜਪਾ ਦੀ ਸਰਕਾਰ ਦੇ ਸੀ। ਤੇ ਨਾਲੇ ਜਦੋਂ ਇਹ 17 ਦੀ ਗੱਲ ਕਰਦੇ ਆ, 14 ਦੇ ਵਿੱਚ ਵੀ 70 ਵਰ੍ਹਿਆਂ ਦੀ ਗੱਲ ਕਰਦੇ ਸੀ, ਹੁਣ 18 ਦੇ ਵਿੱਚ ਵੀ 70 ਵਰ੍ਹਿਆਂ ਦੀ ਗੱਲ ਕਰਦੇ ਆ। ਇਹਨਾਂ ਨੂੰ 70 ਦੇ ਵਿੱਚ 4 ਵਰ੍ਹੇ ਹੋਰ ਜੋੜ ਕੇ 74 ਵਰ੍ਹਿਆਂ ਦੀ ਗੱਲ ਕਰਨੀ ਚਾਹੀਦੀ ਆ। ਯਾਨੀ ਕਿ ਆਪਾਂ ਆਪਦੇ ਸਾਲਾਂ ਦੀ ਵੀ ਤਾਂ ਗਿਣਤੀ ਕਰਗੇ ਵੀ ਦੇਸ਼ ਦੀਆਂ ਸਰਕਾਰਾਂ ਨੇ ਦੇਸ਼ ਵਾਸਤੇ ਕੁਝ ਵੀ ਨਹੀਂ ਕੀਤਾ। ਸੋ ਮੋਦੀ ਸਾਹਿਬ ਅੱਜ ਆਏ, ਚਾਅ ਬੜਾ ਸੀ, ਚਲੇ ਗਏ, ਦੁੱਖ ਕੋਈ ਨਹੀਂ, ਕਿਉਂਕਿ ਪੰਜਾਬ ਨੂੰ ਮਿਲਿਆ ਕੁਝ ਨਹੀਂ। ਪਰ ਉੱਦਾਂ ਜੇਕਰ ਅਸੀਂ ਨਿਰਪੱਖ ਤੌਰ ਦੇ ਉੱਤੇ ਇੱਕ ਗੱਲ ਹੋਰ ਕਰਨੀ ਹੋਵੇ ਤਾਂ ਉਹ ਇਹ ਹੈ ਕਿ ਲਵਲੀ ਯੂਨੀਵਰਸਿਟੀ ਦੇ ਵਿੱਚ ਜਦੋਂ ਅੱਜ ਮੋਦੀ ਸਾਹਿਬ ਆਏ ਤਾਂ ਜਲੰਧਰ ਦੇ ਵਿੱਚ ਜਾਮ ਬਹੁਤ ਲੱਗ ਗਏ। ਲੋਕਾਂ ਨੂੰ ਬਹੁਤ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਗੁਰਦਾਸਪੁਰ ਦੇ ਵਿੱਚ ਜਿੱਥੇ ਇਹ ਰੈਲੀ ਰੱਖੀ ਗਈ
ਉੱਥੇ ਸਕੂਲਾਂ ਦੇ ਵਿੱਚ ਛੁੱਟੀਆਂ ਹੋਈਆਂ। ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਘਰਾਂ ਦੀਆਂ ਛੱਤਾਂ ਦੇ ਉੱਤੇ ਪੁਲਿਸ ਵਾਲੇ ਖੜ੍ਹ ਕੇ ਸੁਰੱਖਿਆ ਦੇ ਤੌਰ ਦੇ ਉੱਤੇ ਨਿਗਰਾਨੀ ਕਰਦੇ ਰਹੇ। ਉੱਥੇ 10 ਕਿਲੋਮੀਟਰ ਦੇ ਏਰੀਏ ਨੂੰ ਸੀਲ ਕਰ ਦਿੱਤਾ ਗਿਆ। ਇਹ ਗੁਰਦਾਸਪੁਰ ਖੇਤਰ ਦੇ ਵਿੱਚ ਵਸਦੇ ਲੋਕਾਂ ਨੂੰ ਪੁੱਛ ਕੇ ਪਤਾ ਲੱਗ ਸਕਦਾ ਹੈ ਵੀ ਉਹ ਅੱਜ ਦੀ ਰੈਲੀ ਤੋਂ ਕਿੰਨੇ ਕੁ ਖੁਸ਼ ਸੀ, ਉਹਨਾਂ ਨੂੰ ਅੱਜ ਦੀ ਰੈਲੀ ਤੋਂ ਕੀ ਮਿਲਿਆ, ਉਹ ਰੈਲੀ ਦਾ ਕੀ ਪ੍ਰਭਾਵ ਲੈ ਕੇ ਬੈਠੇ ਆ। ਤੇ ਜਿਹੜੇ ਉੱਥੇ ਲੋਕ ਪਹੁੰਚੇ ਸੀ ਉਹਨਾਂ ਨੂੰ ਸਿਵਾਏ ਲੰਗਰ ਤੋਂ, ਸਿਵਾਏ ਲਾਰਿਆਂ ਤੋਂ ਤੇ ਸਿਵਾਏ ਵਾਅਦਿਆਂ ਤੋਂ ਤੇ ਸਿਵਾਏ ਦਾਅਵਿਆਂ ਤੋਂ ਕੁਝ ਹੋਰ ਲੱਭਿਆ ਹੋਵੇ ਤਾਂ ਉਹ ਵੀ ਜ਼ਰੂਰ ਦੱਸਣ। ਖਬਰਾਂ ਦੇ ਉੱਤੇ ਵਿਚਾਰ ਚਰਚਾ ਦੋਸਤੋ ਅਸੀਂ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਪਰ ਪਹਿਲਾਂ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ। ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਦੋਸਤੋ। ਕੁਝ ਹੋਰ ਖਬਰਾਂ ਦੇ ਉੱਤੇ ਟਿੱਪਣੀਆਂ ਕਰਦੇ ਹਾਂ। ਅੱਜ ਦਿੱਲੀ ਵਿਧਾਨ ਸਭਾ ਦੇ ਵਿੱਚ ਇੱਕ ਬਹੁਤ ਵੱਡਾ ਡਰਾਮਾ ਹੋਇਆ। ਵੈਸੇ ਤਾਂ ਭਾਰਤ ਦੀਆਂ ਤਕਰੀਬਨ ਸਾਰੀਆਂ ਕੁਝ ਇੱਕ ਨੂੰ ਛੱਡ ਕੇ ਵਿਧਾਨ ਸਭਾਵਾਂ ਦੇ ਵਿੱਚ, ਸਾਡੀ ਲੋਕ ਸਭਾ ਦੇ ਵਿੱਚ, ਸਾਡੀ ਰਾਜ ਸਭਾ ਦੇ ਵਿੱਚ ਸਿਵਾਏ ਡਰਾਮੇ, ਸਿਵਾਏ ਪਖੰਡਬਾਜ਼ੀ ਦੇ ਹੋਰ ਕੁਝ ਹੁੰਦਾ ਹੀ ਨਹੀਂ। ਲੋਕਾਂ ਦੇ ਮਸਲੇ ਕਦੇ ਵਿਚਾਰੇ ਜਾਣ, ਇਹ ਤਾਂ ਅਸੀਂ ਹੁਣ ਕਿਆਸ ਕਰਨੇ ਬੰਦ ਕਰਤਾ। ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਤਾਂ ਇਹੀ ਕੁੱਕੜ ਖੇ ਉੱਡਦੀ ਹੈ। 2 ਦਿਨਾਂ ਦਾ ਸੈਸ਼ਨ ਹੁੰਦਾ, 1.5 ਦਿਨ ਉਹਦੇ ਵਿੱਚ ਵਿਧਾਇਕ ਆ ਜਿਹੜੇ ਵਿਰੋਧੀ ਧਿਰਾਂ ਦੇ ਤੇ ਉਹਨਾਂ ਦੇ ਵੱਲੋਂ ਵਾਕਆਊਟ ਕੀਤਾ ਜਾਂਦਾ ਹੈ ਤੇ ਸੱਤਾਧਾਰੀ ਧਿਰ ਹੈ ਜਿਹੜੀ ਉਹ ਆਪਣੀ ਮਰਜ਼ੀ ਦੇ ਨਾਲ ਕੰਮਕਾਜ ਚਲਾਉਂਦੀ ਹੈ ਤੇ ਬਾਅਦ ਦੇ ਵਿੱਚ ਸੈਸ਼ਨ ਖਤਮ ਹੋ ਜਾਂਦਾ ਹੈ। ਫਿਰ ਕਈ ਤਰ੍ਹਾਂ ਦੇ ਦੋਸ਼ਾਂ ਦੀਆਂ ਖਬਰਾਂ ਛਪਦੀਆਂ ਰਹਿੰਦੀਆਂ, ਦਿਸਦੀਆਂ ਰਹਿੰਦੀਆਂ ਕਿ ਜੀ ਇਹਨਾਂ ਨੇ ਸੈਸ਼ਨ ਦਾ ਸਮਾਂ ਲੰਮਾ ਕਿਉਂ ਨਹੀਂ ਕੀਤਾ। ਸੱਤਾਧਾਰੀ ਧਿਰ ਕਹਿੰਦੀ ਹੈ ਜੀ ਮਸਲਾ ਹੀ ਕੋਈ ਨਹੀਂ ਪੰਜਾਬ ਦਾ, ਅਸੀਂ ਇਸ ਕਰਕੇ ਨਹੀਂ ਲੰਮਾ ਕੀਤਾ। ਇਹੋ ਜਿਹੀਆਂ ਖਬਰਾਂ ਆਉਂਦੀਆਂ। ਪਰ ਦਿੱਲੀ ਵਿਧਾਨ ਸਭਾ ਦੇ ਵਿੱਚ ਜੋ ਅੱਜ ਡਰਾਮਾ ਹੋਇਆ ਉਹ ਮਨਜਿੰਦਰ ਸਿੰਘ ਸਿਰਸਾ ਤੇ ਮਾਰਸ਼ਲ ਨੇ ਜਿਹੜੇ ਵਿਧਾਨ ਸਭਾ ਦੇ, ਉਹਨਾਂ ਦਰਮਿਆਨ ਗੁੱਥਮ ਗੁੱਥਾ ਹੋਣ ਕਰਕੇ ਜੋ ਡਰਾਮਾ ਸਾਹਮਣੇ ਆਇਆ ਉਹਦੇ ਉੱਤੇ ਹੈਰਾਨੀ ਜ਼ਰੂਰ ਹੁੰਦੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਦੇ ਮੂਹਰੇ ਆ ਕੇ ਗੱਲ ਕਹੀ ਹੈ ਕਿ ਮੈਂ 1984 ਕਤਲੇਆਮ ਦੇ ਪੀੜਤਾਂ ਦੇ ਇਨਸਾਫ ਵਾਸਤੇ ਸਪੀਕਰ ਦੇ ਮੂਹਰੇ ਜਾ ਕੇ ਦਸਤਾਵੇਜ਼ ਪੇਸ਼ ਕੀਤੇ। ਉੱਥੇ ਥੋੜ੍ਹੀ ਜਿਹੀ ਤਲਖ ਕਲਾਮੀ ਹੋ ਗਈ। ਬਾਅਦ ਦੇ ਵਿੱਚ ਮਾਰਸ਼ਲ ਆਏ, ਉਹਨਾਂ ਨੇ ਮੈਨੂੰ ਕੁੱਟਿਆ, ਉਹਨਾਂ ਨੇ ਮੇਰੀ ਪੱਗ ਲਾਤੀ, ਉਹਨਾਂ ਨੇ ਮੇਰੀ ਦਸਤਾਰ ਦੀ ਬੇਅਦਬੀ ਕੀਤੀ, ਮੈਨੂੰ ਲੰਮਾ ਪਾ ਕੇ ਮੇਰੇ ਠੁੱਡ ਮਾਰੇ ਆ। ਮਾਰਸ਼ਲਾਂ ਦੀ ਇਸ ਗੱਲ ਦੇ ਉੱਤੇ ਕਈ ਲੋਕਾਂ ਨੂੰ ਗੁੱਸਾ ਆਉਣਾ ਕੁਦਰਤੀ ਸੀ, ਕਿਉਂਕਿ ਦਸਤਾਰ ਸਾਡੀ ਸ਼ਾਨ ਹੈ, ਪੱਗ ਦਾ ਅਸੀਂ ਬਹੁਤ ਸਤਿਕਾਰ ਕਰਦੇ ਹਾਂ, ਸਾਡੇ ਲਈ ਅਣਖ ਦੀ ਪ੍ਰਤੀਕ ਗੱਲ ਹੈ ਇਹ। ਪਰ ਬਾਅਦ ਦੇ ਵਿੱਚ ਕਹਾਣੀ ਕੁਝ ਹੋਰ ਹੀ ਸਾਹਮਣੇ ਆਈ ਵੀ ਇੱਦਾਂ ਦੀ ਗੱਲ ਹੋਈ ਨਹੀਂ। ਇਸ ਗੱਲ ਨੂੰ ਚੀਕਣੀ ਚੋਪੜੀ ਬਣਾ ਕੇ ਸਿਰਸਾ ਸਾਹਿਬ ਨੇ ਪੇਸ਼ ਕੀਤਾ। ਸਿਰਸਾ ਸਾਹਿਬ ਹੋਣ ਜਾਂ ਮਨਜੀਤ ਸਿੰਘ ਜੀਕੇ ਹੋਰੀ ਹੋਣ ਜਾਂ ਕੁਝ ਇੱਕ ਹੋਰ ਜਿਹੜੇ ਪਿਛਲੇ ਸਮੇਂ ਤੋਂ ਅਕਾਲੀ ਦਲ ਦੇ ਇਹੋ ਜਿਹੇ ਆਗੂ ਉੱਭਰ ਕੇ ਸਾਹਮਣੇ ਆਏ ਆ ਜਿਨ੍ਹਾਂ ਦੇ ਨਾਲ ਕਈ ਕਿਸਮ ਦੇ ਵਿਵਾਦ ਵੀ ਜੁੜੇ ਆ। ਸਿਰਸਾ ਸਾਹਿਬ ਨੇ ਪਿਛਲੇ ਦਿਨੀ ਆਪਾਂ ਜਾਣਦੇ ਦਿੱਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਉੱਤੇ ਕੁਝ ਕੁ ਬਿਆਨ ਦਿੱਤੇ ਸੀ। ਉਸ ਤੋਂ ਪਹਿਲਾਂ ਜੀਕੇ ਦੇ ਅਸਤੀਫੇ ਦੀ ਖਬਰ ਆਈ ਸੀ। ਫਿਰ ਜੀਕੇ ਨੂੰ ਅਦਾਲਤੀ ਚੱਕਰਵਿਊਹ ਦੇ ਵਿੱਚ ਪੈਣ ਕਰਕੇ ਅਸਤੀਫਾ ਦੇਣਾ ਪਿਆ ਸੀ। ਉਸ ਤੋਂ ਬਾਅਦ ਦਿੱਲੀ ਦੀ ਕਾਰਜਕਾਰਨੀ ਭੰਗ ਕਰ ਦਿੱਤੀ ਗਈ ਸੀ। ਹੁਣ ਆਉਂਦੇ ਦਿਨਾਂ ਦੇ ਵਿੱਚ 19 ਤਰੀਕ ਨੂੰ ਦਿੱਲੀ ਕਾਰਜਕਾਰਨੀ ਦੀ ਮੁੜ ਚੋਣ ਹੋਣੀ ਹੈ। ਉੱਥੇ ਅਹੁਦੇਦਾਰੀਆਂ ਫਿਰ ਵੰਡੀਆਂ ਜਾਣੀਆਂ। ਪਰ ਸਿਰਸਾ ਹੋਰਾਂ ਨੇ ਅੱਜ ਜੋ ਕੀਤਾ ਇਹ ਪਖੰਡ ਮੰਨਿਆ ਜਾਵੇ, ਇਹ ਸੱਚਾਈ ਮੰਨੀ ਜਾਵੇ? ਸਵਾਲ ਇਹੀ ਹੈ। ਜੇ ਤਾਂ ਅਸੀਂ ਸਿਰਸਾ ਸਾਹਿਬ ਦੀ ਗੱਲ ਮੰਨਦੇ ਹਾਂ ਫਿਰ ਤਾਂ ਇਹ ਜਾਪਦਾ ਵੀ ਸਿਰਸੇ ਦੇ ਨਾਲ ਧੱਕੇਸ਼ਾਹੀ ਹੋਈ ਆ, ਪੱਗ ਨਹੀਂ ਲੈਣੀ ਚਾਹੀਦੀ ਘੱਟੋ ਘੱਟ। ਪਰ ਜੇਕਰ ਅਸੀਂ ਵੀਡੀਓ ਦੇਖਦੇ ਹਾਂ ਤਾਂ ਇਉਂ ਜਾਪਦਾ ਵੀ ਜਿਵੇਂ ਰਾਖੀ ਸਾਵੰਤ ਚੌਥੇ ਕਿਰਨ ਪਖੰਡ ਕਰਦੀ ਹੈ, ਸਿਰਸਾ ਸਾਹਿਬ ਨੇ ਵੀ ਅੱਜ ਪਖੰਡ ਕੀਤਾ। ਪਹਿਲਾਂ ਉਹ ਖਬਰ ਸਾਂਝੀ ਕਰਦੇ ਹਾਂ ਜਿਹੜੀ ਸਾਡੇ ਤੱਕ ਪੜੀ ਆ, ਬਾਅਦ ਵਿੱਚ ਕਰਾਂਗੇ ਟਿੱਪਣੀ। ਅਕਾਲੀ ਦਲ ਦੇ ਲੀਡਰ ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਇਲਜ਼ਾਮ ਲਾਇਆ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੂੰ ਕੁੱਟਿਆ ਗਿਆ ਤੇ ਪੱਗ ਲਾ ਦਿੱਤੀ ਗਈ। ਸਿਰਸਾ ਮੁਤਾਬਕ ਜਦੋਂ ਉਹਨਾਂ ਨੂੰ ਕੁੱਟਿਆ ਗਿਆ ਉਸ ਵਕਤ ਸਦਨ ਦੀ ਕਾਰਵਾਈ ਮੁਅੱਤਲ ਕਰ ਦਿੱਤੀ ਗਈ ਸੀ ਤੇ ਕੈਮਰੇ ਵੀ ਬੰਦ ਸਨ। ਇਸ ਤੋਂ ਇਲਾਵਾ ਟਵਿੱਟਰ ਦੇ ਉੱਤੇ ਉਹਨਾਂ ਨੇ ਕੁਝ ਟਵੀਟ ਵੀ ਕੀਤੇ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਿਰਸਾ ਨੇ ਬਾਥਰੂਮ ਦੇ ਵਿੱਚ ਜਾ ਕੇ ਆਪਣੀ ਪੱਗ ਠੀਕ ਕੀਤੀ। ਸਿਰਸਾ ਨੇ ਕਿਹਾ ਕਿ ਕੀ ਵਿਧਾਨ ਸਭਾ ਦੇ ਵਿੱਚ ਸਿੱਖਾਂ ਦੀ ਗੱਲ ਕਰਨਾ ਗਲਤ ਹੈ। ਉਹਨਾਂ ਨੇ ਕਿਹਾ ਕਿ ਜਦੋਂ ਇਹ ਸਭ ਕੁਝ ਹੋਇਆ ਉਸ ਵੇਲੇ ਸੌਰਭ ਭਾਰਦਵਾਜ ਤੇ ਜਰਨੈਲ ਸਿੰਘ ਵੀ ਮੌਜੂਦ ਸਨ। ਉਹਨਾਂ ਨੇ ਕਿਹਾ ਕਿ ਕੇਜਰੀਵਾਲ ਵੀ ਕਾਂਗਰਸ ਦੀ ਰਾਹ ਦੇ ਉੱਤੇ ਤੁਰ ਕੇ ਸਿੱਖਾਂ ਦੇ ਉੱਤੇ ਅਤਿਆਚਾਰ ਕਰ ਰਿਹਾ। ਸਿਰਸਾ ਨੇ ਟਵੀਟ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਅੱਜ ਤੋਂ ਜ਼ਿਆਦਾ ਦੁਖਦਾਈ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਨਾ ਕੋਈ ਹੋਇਆ ਤੇ ਨਾ ਹੀ ਹੋਏਗਾ। ਵਿਧਾਨ ਸਭਾ ਦੇ ਸਪੀਕਰ ਦੇ ਕਹਿਣ ਤੇ ਮਾਰਸ਼ਲ ਨੇ ਮੇਰੀ ਪੱਗ ਨੂੰ ਹੱਥ ਪਾਇਆ, ਇਸ ਦੌਰਾਨ ਮੇਰੀ ਪੱਗ ਲੈ ਗਈ। ਉਹਨਾਂ ਕਿਹਾ ਕਿ ਉਹ ਵਾਰ-ਵਾਰ ਕਹਿੰਦੇ ਰਹੇ ਕਿ ਮੇਰੀ ਪੱਗ ਨਾ ਲਾਈ ਜਾਵੇ, ਨਾ ਲਾਈ ਜਾਵੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੱਗ ਕਿਸੇ ਆਮ ਬੰਦੇ ਦੀ ਹੋਵੇ, ਪੱਗ ਕਿਸੇ ਖਾਸ ਬੰਦੇ ਦੀ ਹੋਵੇ, ਇਹ ਨਹੀਂ ਲੈਣੀ ਚਾਹੀਦੀ। ਸਾਨੂੰ ਨਿੱਜੀ ਤੌਰ ਦੇ ਉੱਤੇ ਉਦੋਂ ਬੜਾ ਦੁੱਖ ਹੁੰਦਾ ਹੈ ਜਦੋਂ ਫਰਾਂਸ ਦੇ ਵਿੱਚ ਤਾਂ ਅਸੀਂ ਪੱਗ ਦੀ ਲੜਾਈ ਲੜਨ ਦੀ ਗੱਲ ਕਰਦੇ ਹਾਂ, ਪਰ ਭਾਰਤ ਦੇ ਵਿੱਚ ਸਿੱਖ ਦੀ ਪੱਗ ਨੂੰ ਹੱਥ ਪਾਉਂਦਾ ਹੈ, ਪੱਗ ਪੈਰਾਂ ਦੇ ਵਿੱਚ ਆ ਜਾਂਦੀ ਹੈ। ਆ ਪੰਚਾਇਤੀ ਚੋਣਾਂ ਹੁਣੇ ਪੰਜਾਬ ਦੇ ਵਿੱਚ ਹੋ ਕੇ ਹਟੀਆਂ। ਪੰਜਾਬ ਦੇ ਵਿਕਾਸ ਦੇ, ਪਿੰਡ ਦੇ ਵਿਕਾਸ ਦੇ ਚੱਕਰ ਦੇ ਵਿੱਚ ਕਈ ਲੋਕਾਂ ਨੇ ਇੱਕ ਦੂਜੇ ਦੀਆਂ ਪੱਗਾਂ ਲਾਈਆਂ। ਇੱਦਾਂ ਹੋਣਾ ਨਹੀਂ ਚਾਹੀਦਾ। ਕੋਈ ਇਸ ਮਸਲੇ ਦੇ ਉੱਤੇ ਕਿਸੇ ਵੀ ਕਿਸਮ ਦੇ ਵਿਚਾਰ ਪੇਸ਼ ਕਰ ਸਕਦਾ ਹੈ, ਪਰ ਅਣਖ ਦੀ ਪ੍ਰਤੀਕ
ਇਹ ਪੱਗ ਸਾਨੂੰ ਸੌਖਿਆ ਨਹੀਂ ਮਿਲੀ। ਪਰ ਦੂਜੀ ਗੱਲ ਇਹ ਵੀ ਹੈ ਵੀ ਸਿਰਸਾ ਸਾਹਿਬ ਨੇ ਅੱਜ ਡਰਾਮਾ ਕਿਉਂ ਰਚਿਆ। ਜੋ ਅਸੀਂ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਇਹ ਇਸ ਘਟਨਾ ਦਾ ਇੱਕ ਪੱਖ ਹੈ, ਪਰ ਜਿਹੜੀ ਵੀਡੀਓ ਮੈਂ ਦੇਖੀ ਆ ਤੇ ਬਹੁ ਗਿਣਤੀ ਦਰਸ਼ਕਾਂ ਨੇ ਸ਼ਾਇਦ ਹੁਣ ਤੱਕ ਦੇਖ ਲਈ ਹੋਣੀ ਆ, ਉਹਨੂੰ ਦੇਖ ਕੇ ਇਹ ਜਾਪਦਾ ਵੀ ਸਿਰਸਾ ਸਾਹਿਬ ਨਿਰਾਪੁਰਾ ਪਖੰਡ ਕਰ ਰਹੇ ਆ। ਕਿਉਂਕਿ ਉਸ ਵੀਡੀਓ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਮਾਰਸ਼ਲ ਆ ਜਿਹੜੇ ਉਹ ਸਿਰਸਾ ਹੋਰਾਂ ਨੂੰ ਚੁੱਕ ਕੇ ਬਾਹਰ ਲੈ ਆਉਂਦੇ ਆ। ਸਿਰਸਾ ਹੋਰੀ ਪੁੰਜੇ ਲੰਮੇ ਪਏ ਆ, ਉਹਨਾਂ ਨੇ ਆਪਣੀ ਦਸਤਾਰ ਨੂੰ ਇੱਦਾਂ ਹੱਥ ਪਾਇਆ ਹੋਇਆ, ਪੱਗ ਨੂੰ ਹੱਥ ਪਾਇਆ ਹੋਇਆ। ਉਹ ਉਹਨਾਂ ਦੇ ਸਿਰ ਦੇ ਉੱਤੇ ਪੱਗ ਆ, ਉਹ ਸਿਰ ਤੋਂ ਦੂਰ ਨਹੀਂ ਹੋਈ, ਸਿਰ ਤੋਂ ਲਈ ਨਹੀਂ। ਪਰ ਉਹ ਨਾਲ ਦੀ ਨਾਲ ਇਹ ਵੀ ਤੱਤੇ ਰੌਂ ਦੇ ਵਿੱਚ ਕਹਿ ਰਹੇ ਆ ਮੈਨੂੰ ਜਿੰਨਾ ਮਰਜ਼ੀ ਕੁੱਟੋ, ਮੈਂ ਪਰਵਾਹ ਨਹੀਂ ਕਰਦਾ, ਮੇਰੇ ਮਾਰੋ ਤੁਸੀਂ, ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਤੁਸੀਂ ਮੇਰੀ ਪੱਗ ਦੀ ਬੇਅਦਬੀ ਨਾ ਕਰੋ, ਤੁਸੀਂ ਮੇਰੀ ਪੱਗ ਦਾ ਸਤਿਕਾਰ ਕਰੋ, ਮੇਰੀ ਪੱਗ ਕਿਹੜੀ ਗੱਲੋਂ ਲਾਉਂਦੇ ਆ। ਪਰ ਨਾਲ ਦੀ ਨਾਲ ਕੁਝ ਕੁ ਲੋਕ ਜਿਹੜੇ ਕਿ ਭਾਵੇਂ ਜਰਨੈਲ ਸਿੰਘ ਵਰਗੇ ਹੋਣ, ਭਾਵੇਂ ਵਿਧਾਨ ਸਭਾ ਦੇ ਹੋਰ ਅਧਿਕਾਰੀ ਕਰਮਚਾਰੀ ਹੋਣ, ਉਹ ਇਹ ਗੱਲ ਕਹਿ ਰਹੇ ਆ ਕਿ ਸਿਰਸਾ ਹੋਰਾਂ ਨੂੰ ਚੱਕ ਕੇ ਬਾਹਰ ਸੁੱਟੋ। ਇਹ ਵਾਰ-ਵਾਰ ਡਰਾਮੇ ਕਰ ਰਹੇ ਆ, ਬਹੁਤ ਵੱਡੇ ਪਖੰਡੀ ਆ, ਇਹਨਾਂ ਨੇ ਆਪਣੀ ਪੱਗ ਆਪੇ ਲਾ ਲਈ ਆ, ਅਸੀਂ ਇਹਨਾਂ ਦੀ ਪੱਗ ਨਹੀਂ ਲਾਈ। ਇਹ ਵੀ ਵਿੱਚੋਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਉਸ ਵੀਡੀਓ ਦੇ ਵਿੱਚ, ਕਿਉਂਕਿ ਉਸ ਵੀਡੀਓ ਦੇ ਵਿੱਚ ਸਿਰਸੇ ਹੋਰਾਂ ਦੀ ਪੱਗ ਲੱਥੀ ਹੋਈ ਨਹੀਂ, ਪਰ ਉਹਨਾਂ ਦੇ ਉੱਤੇ ਇਹ ਦੋਸ਼ ਲੱਗ ਰਿਹਾ ਕਿ ਇਹ ਆਪਣੀ ਪੱਗ ਆਪੇ ਲਾ ਕੇ ਬਹੁਤ ਵੱਡਾ ਪਖੰਡ ਕਰ ਰਹੇ ਆ, ਇਹਨਾਂ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਵੇ। ਯਾਨੀ ਕਿ ਜਿਹੜੇ ਵੇਲੇ ਤੱਕ ਇਹ ਵੀਡੀਓ ਬਣੀ ਆ ਉਸ ਵੇਲੇ ਤੱਕ ਪੱਗ ਉਹਨਾਂ ਦੇ ਸਿਰ ਦੇ ਉੱਤੇ ਸੀ, ਇਹ ਲੱਥੀ ਨਹੀਂ। ਹੋ ਸਕਦਾ ਧੱਕਾ ਮੁੱਕੀ ਦੇ ਵਿੱਚ ਪੱਗ ਹਿੱਲ ਗਈ ਹੋਵੇ, ਪੱਗ ਜਿਹੜੀ ਥਾਂ ਦੇ ਉੱਤੇ ਸੀ ਉਹਦੇ ਨਾਲੋਂ ਥੋੜ੍ਹੀ ਜਿਹੀ ਦਿਸ਼ਾ ਬਦਲ ਗਈ ਹੋਵੇ, ਪਰ ਇਹ ਲੱਥੀ ਨਹੀਂ, ਇਹ ਪੈਰਾਂ ਦੇ ਵਿੱਚ ਡਿੱਗੀ ਨਹੀਂ, ਇਹ ਕਿਸੇ ਦੇ ਹੱਥ ਦੇ ਵਿੱਚ ਨਹੀਂ ਆਈ, ਇਹ ਗੱਲ ਪੱਕੀ ਹੈ। ਪਰ ਸਿਰਸਾ ਸਾਹਿਬ ਨੂੰ ਇਹ ਸਾਰਾ ਕੁਝ ਕਰਨ ਦੀ ਲੋੜ ਕਿਉਂ ਸੀ? ਸ਼ਾਇਦ ਇਹਦੇ ਪਿੱਛੇ ਰਾਜਨੀਤੀ ਹੋਵੇ, ਸ਼ਾਇਦ ਇਹਦੇ ਪਿੱਛੇ ਹਮਦਰਦੀ ਲੈਣ ਦੀ ਕਾਹਲ ਹੋਵੇ, ਸ਼ਾਇਦ ਇਹਦੇ ਪਿੱਛੇ ਅਖਬਾਰਾਂ ਦੇ ਵਿੱਚ, ਟੀਵੀ ਚੈਨਲਾਂ ਦੇ ਵਿੱਚ ਖਬਰਾਂ ਦੀ ਨਾਲ ਚਰਚਾ ਦੇ ਵਿੱਚ ਆਉਣ ਦੀ ਮੱਸ ਹੋਵੇ। ਇਹਦੇ ਬਾਬਤ ਕੁਝ ਕਹਿ ਨਹੀਂ ਸਕਦੇ, ਪਰ ਜੇਕਰ ਅਸੀਂ ਪੱਗ ਦੇ ਉੱਤੇ ਰਾਜਨੀਤੀ ਕਰਦੇ ਹਾਂ, ਵੈਸੇ ਤਾਂ ਹੁੰਦੀ ਆਈ ਹੈ ਪਿਛਲੇ ਲੰਮੇ ਸਮੇਂ ਤੋਂ, ਤਾਂ ਬਹੁਤ ਮਾੜੀ ਗੱਲ ਹੈ। ਸਿਰਸਾ ਸਾਹਿਬ ਇਸ ਵਕਤ ਵਿਧਾਇਕ ਨੇ, ਉਹਨਾਂ ਦਾ ਰਾਜਨੀਤਿਕ ਕੈਰੀਅਰ ਵਧ ਗਿਆ ਹੋਵੇ, ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਕੋਈ ਨਹੀਂ, ਪਰ ਪੱਗ ਦੇ ਮਾਮਲੇ ਦੇ ਉੱਤੇ ਦਿਆਨਤਦਾਰੀ ਵਿਖਾਉਣੀ ਚਾਹੀਦੀ ਹੈ। ਪੱਗ ਦੇ ਮਾਮਲੇ ਦੇ ਉੱਤੇ ਤੁਹਾਨੂੰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਜੇ ਤਾਂ ਸੱਚੀ ਮੁੱਚੀ ਲਾਈ ਗਈ ਤਾਂ ਲਾਉਣ ਵਾਲਿਆਂ ਦੀ ਬਹੁਤ ਵੱਡੀ ਗਲਤੀ, ਤੇ ਜੇਕਰ ਨਹੀਂ ਲਈ ਤਾਂ ਦੋਸ਼ ਲਾਉਣ ਵਾਲੇ ਦੀ ਬੜੀ ਵੱਡੀ ਗਲਤੀ ਹੈ। ਪੰਜਾਬ ਦੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ, 5 ਲੋਕ ਸਭਾ ਦੇ ਚੋਣਾਂ ਦੇ ਉਮੀਦਵਾਰਾਂ ਤੇ 22 ਮੈਂਬਰੀ ਕੋਰ ਕਮੇਟੀ ਦੇ ਮੈਂਬਰਾਂ ਤੇ ਕਈ ਹੋਰ ਸੀਨੀਅਰ ਜੂਨੀਅਰ ਆਪ ਦੇ ਆਗੂਆਂ ਦੀ ਅੱਜ ਦਿੱਲੀ ਦੇ ਵਿੱਚ ਕੇਜਰੀਵਾਲ ਨਾਲ ਮੀਟਿੰਗ ਹੋਈ ਹੈ। ਇਸ ਮੀਟਿੰਗ ਦਾ ਏਜੰਡਾ ਸੀ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਲਈ ਕੀ ਕੁਝ ਕੀਤਾ ਜਾਵੇ ਤੇ ਕੀ ਕੁਝ ਬਿਲਕੁਲ ਨਾ ਕੀਤਾ ਜਾਵੇ। ਇਸ ਮੌਕੇ ਤੋਂ ਕਈ ਖਬਰਾਂ ਉੱਭਰ ਕੇ ਸਾਹਮਣੇ ਆਈਆਂ। ਇੱਕ ਤਾਂ ਜਾਣਕਾਰੀ ਇਹ ਦੇਣੀ ਬਣਦੀ ਹੈ ਕਿ ਚਾਲੂ ਮਹੀਨੇ ਜਨਵਰੀ ਦੇ ਵਿੱਚ 2 ਥਾਵਾਂ ਦੇ ਉੱਤੇ ਕੇਜਰੀਵਾਲ ਦੇ ਵੱਲੋਂ ਰੈਲੀ ਕੀਤੀ ਜਾਣੀ ਹੈ। ਉਹਨਾਂ ਦੇ ਵਿੱਚੋਂ ਇੱਕ ਹੈ ਬਰਨਾਲਾ ਖੇਤਰ, ਦੂਜਾ ਹੈ ਗੜ੍ਹਸ਼ੰਕਰ ਖੇਤਰ, ਤੇ ਫਿਰ ਫਰਵਰੀ ਦੇ ਵਿੱਚ ਇਹਨਾਂ ਨੇ ਇੱਕ ਰੈਲੀ ਕਰਨੀ ਹੈ ਜਿਹੜੀ ਅੰਮ੍ਰਿਤਸਰ ਖੇਤਰ ਦੇ ਵਿੱਚ ਹੋਊਗੀ। ਯਾਨੀ ਕਿ ਮਿਸ਼ਨ 2019 ਦੀਆਂ ਤਿਆਰੀਆਂ ਬੜੇ ਜੋਬਨ ਦੇ ਉੱਤੇ ਹੈ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਕੇਜਰੀਵਾਲ ਹੋਰੀ ਵੀ ਭਾਰਤ ਦੇ ਪ੍ਰਧਾਨ ਮੰਤਰੀ ਦੀ ਤਰਜ਼ ਦੇ ਉੱਤੇ ਰੈਲੀਆਂ ਦਾ ਸਿਲਸਿਲਾ ਆਰੰਭ ਕਰਨ ਜਾ ਰਹੇ ਆ। ਪਰ ਅੱਜ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇੱਕ ਫੈਸਲਾ ਕੀਤਾ ਗਿਆ ਦਿੱਲੀ ਦੇ ਵਿੱਚ ਬਹਿ ਕੇ ਕਿ ਕਾਂਗਰਸ ਦੇ ਨਾਲ ਤਾਂ ਗੱਠਜੋੜ ਦੀ ਸੰਭਾਵਨਾ ਹੈ ਕੋਈ ਨਹੀਂ, ਕਾਂਗਰਸ ਦੇ ਨਾਲ ਗੱਠਜੋੜ ਕਰਨਾ ਹੀ ਨਹੀਂ, ਸਾਨੂੰ ਇਹਦੀ ਲੋੜ ਹੀ ਨਹੀਂ, ਇਹਨਾਂ ਨੂੰ ਸਾਡੀ ਲੋੜ ਹੈ ਜਾਂ ਨਹੀਂ ਹੈ ਪਤਾ ਨਹੀਂ, ਪਰ ਸਾਨੂੰ ਕਾਂਗਰਸ ਦੀ ਕੋਈ ਲੋੜ ਨਹੀਂ ਕਿਉਂਕਿ ਇਹ 1984 ਕਤਲੇਆਮ ਦੀ ਦੋਸ਼ੀ ਪਾਰਟੀ ਹੈ। ਇਸ ਪਾਰਟੀ ਦਾ ਕਿਰਦਾਰ ਨਹੀਂ ਚੰਗਾ, ਪੰਜਾਬ ਦੇ ਵਿੱਚ ਸੱਤਾਧਾਰੀ ਧਿਰ, ਅਸੀਂ ਇਹਦੇ ਨਾਲ ਨਿਭਾ ਨਹੀਂ ਸਕਦੇ। ਪਹਿਲਾਂ ਉਹ ਰਿਪੋਰਟ ਸਾਂਝੀ ਕਰਦੇ ਜਿਹੜੀ ਸਾਡੇ ਤੱਕ ਆਪਣੀ ਹੈ, ਬਾਅਦ ਵਿੱਚ ਕਰਾਂਗੇ ਟਿੱਪਣੀ। 3 ਸੂਬਿਆਂ ਦੇ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਬੁਲੰਦ ਹੌਸਲੇ ਦੇ ਵਿੱਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਸਾਲ 2019 ਦੀ ਸ਼ੁਰੂਆਤ ਦੇ ਵਿੱਚ ਕੇਜਰੀਵਾਲ ਨੇ ਝਟਕਾ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਐਲਾਨ ਕੀਤਾ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਲਈ ਮਹਾਂ ਗੱਠਜੋੜ ਦੇ ਵਿੱਚ ਹਿੱਸਾ ਨਹੀਂ ਲੈਣਗੇ। ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਦੇ ਵਿੱਚ ਮੀਟਿੰਗ ਸੱਦੀ ਸੀ, ਜਿਸ ਵਿੱਚ ਸੂਬਾਈ ਇਕਾਈਆਂ ਦੇ ਅਹੁਦੇਦਾਰਾਂ ਨੂੰ ਸੱਦਿਆ ਗਿਆ ਸੀ, ਜਿਸ ਵਿੱਚ ਪੰਜਾਬ ਦੇ ਅਹੁਦੇਦਾਰਾਂ ਨੇ ਵੀ ਹਿੱਸਾ ਲਿਆ। ਇਸ ਤੋਂ ਬਾਅਦ ਖਬਰ ਆਈ ਕਿ ਆਪ ਮਹਾਂ ਗੱਠਜੋੜ ਦਾ ਹਿੱਸਾ ਨਹੀਂ ਬਣੇਗੇ। 28 ਦਸੰਬਰ ਨੂੰ ਭਗਵੰਤ ਮਾਨ ਨੇ ਵੀ ਇਹੀ ਐਲਾਨ ਕੀਤਾ ਸੀ। ਦਿੱਲੀ ਦੇ ਵਿੱਚ PAC ਦੀ ਮੀਟਿੰਗ ਤੋਂ ਬਾਅਦ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਤੇ ਹੋਰਾਂ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਇਕੱਲਿਆਂ ਹੀ ਲੋਕ ਸਭਾ ਚੋਣ ਲੜਨ ਜਾ ਰਹੀ ਹੈ। ਉਹਨਾਂ ਨੇ ਕਿਹਾ ਸੀ ਕਿ ਜੇਕਰ ਅਸੀਂ ਕਾਂਗਰਸ ਦੇ ਨਾਲ ਗੱਠਜੋੜ ਕਰ ਲਿਆ ਤਾਂ ਲੋਕਾਂ ਨੂੰ ਮੂੰਹ ਕਿਵੇਂ ਦਿਖਾਵਾਂਗੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਫੈਸਲਾ ਕੀਤਾ ਗਿਆ, ਇਹ ਫੈਸਲਾ ਬਹੁਤ ਵੱਡਾ। ਜਿਸ ਵਕਤ ਆਮ ਆਦਮੀ ਪਾਰਟੀ ਦੇ ਮੂਹਰੇ ਬਹੁਤ ਸਾਰੀਆਂ ਚੁਣੌਤੀਆਂ, ਫੰਡਿੰਗ ਦੀ ਵੀ ਘਾਟ ਹੈ, ਪੰਜਾਬ ਦੇ ਵਿੱਚ ਪਾਰਟੀ ਦੀ ਸਾਖ ਵੀ ਬਹੁਤੀ ਵਧੀਆ ਨਹੀਂ ਰਹੀ, ਉਸ ਵਕਤ ਇਕੱਲਿਆਂ ਚੋਣ ਲੜ ਕੇ ਉਹ ਕੀ ਖੱਟਣਗੇ ਇਹ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ। ਪਰ ਇੱਕ ਹੋਰ ਵੀ ਖਬਰ ਆਈ ਹੈ ਕਿ HS ਫੂਲਕਾ ਹੋਰਾਂ ਨੇ ਆਪਣਾ ਅਸਤੀਫਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ
ਕੇਜਰੀਵਾਲ ਨੂੰ ਅੱਜ ਸੌਂਪ ਦਿੱਤਾ ਹੈ। ਪਹਿਲਾਂ ਉਹ ਮੰਨਦੇ ਨਹੀਂ ਸੀ, ਪਰ ਬਾਅਦ ਦੇ ਵਿੱਚ ਫੂਲਕਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ। ਫੂਲਕਾ ਨੂੰ ਪੱਤਰਕਾਰਾਂ ਨੇ ਪੁੱਛਿਆ ਵੀ ਕਿਹੜੇ ਕਾਰਨ ਹੈ ਜਿਹਦੇ ਕਰਕੇ ਤੁਸੀਂ ਪਾਰਟੀ ਦਾ ਹੀ ਖਹਿੜਾ ਛੱਡਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਸਾਰਾ ਕੁਝ ਸ਼ੁੱਕਰਵਾਰ ਨੂੰ 4 ਵਜੇ ਸ਼ਾਮੀ ਪ੍ਰੈਸ ਕਾਨਫਰੰਸ ਕਰਕੇ ਦੱਸੂਗਾ ਵੀ ਕਾਰਨ ਕੀ ਸੀ, ਮੈਂ ਪਾਰਟੀ ਨੂੰ ਕਿਹੜੀ ਗੱਲੋਂ ਛੱਡਿਆ, ਮੇਰੀਆਂ ਮਜਬੂਰੀਆਂ ਕੀ ਸੀ, ਮੇਰੇ ਮਨ ਦੇ ਉੱਤੇ ਬੋਝ ਕੀ ਸੀ, ਮੈਂ ਘੁਟਨ ਕਿਵੇਂ ਮਹਿਸੂਸ ਕਰਦਾ ਸੀ। ਕੱਲ੍ਹ ਨੂੰ 4 ਵਜੇ ਉਹ ਕੀ ਖੁਲਾਸੇ ਕਰਦੇ ਆ, ਇਹਦੇ ਲਈ ਹਾਲੇ ਉਡੀਕ ਕਰਨੀ ਪੈਣੀ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਤੁਸੀਂ ਲਗਾਤਾਰ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।